ਰਾਗ ਮਾਝ ਮਹੱਲਾ ਪੰਜਵਾ। ਮਾਝ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਸਾ ਰੁੱਤ ਸੁਹਾਵੀ ਜੇਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ। ਛਿਆਂ ਰੁੱਤਾਂ ਚੋਂ ਉਹ ਰੁੱਤ ਸਭ ਤੋਂ ਸੋਭਨੀਕ ਵਧੀਆ ਹੈ ਜਿਸ ਰੁੱਤ ਵਿੱਚ ਅਸੀਂ ਆਪ ਜੀ ਨੂੰ ਯਾਦ ਕਰਦੇ ਹਾਂ। ਚਾਰੇ ਯੁੱਗਾਂ ਚੋਂ ਉਹ ਯੁੱਗ ਰੂਪੀ ਰੁੱਤ ਵੀ ਸੋਹਣੀ ਹੈ ਜਿਸ ਯੁੱਗ ਵਿੱਚ ਆਪ ਨੂੰ ਯਾਦ ਕਰਦੇ ਹਾਂ। ਔਰ ਇਸੇ ਪ੍ਰਕਾਰ ਜਿਹੜਾ ਰੁੱਤ ਹੁੰਦੀ ਨਵੀਂ ਰੁੱਤ, ਚਾਰ ਖਾਣੀਆਂ ਰੂਪੀ ਰੁੱਤਾਂ ਚੋਂ ਖਾਣੀ ਰੂਪ ਰੁੱਤ ਵੀ ਸੋਭਨੀਕ ਹੈ ਜਿਸ ਖਾਣੀ ਵਿੱਚ ਤੈਨੂੰ ਯਾਦ ਕਰਦੇ ਹਾਂ, ਭਾਵ ਬਾਲਕ, ਜੋਬਨ, ਅਧਖੜ ਉਮਰ ਤੇ ਬਿਰਧ ਅਵਸਥਾ। ਇਹ ਵੀ ਚਾਰ ਰੁੱਤਾਂ ਨੇ। ਇਹਨਾਂ ਵਿੱਚ ਵੀ ਅਸੀਂ ਆਪ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਚਾਰ ਅਵਸਥਾ ਰੂਪੀ ਰੁੱਤਾਂ ਚੋਂ ਉਹ ਅਵਸਥਾ ਰੂਪੀ ਰੁੱਤ ਸੋਭਨੀਕ ਹੈ ਜਿਸ ਅਵਸਥਾ ਵਿੱਚ ਤੁਹਾਨੂੰ ਯਾਦ ਕਰੀਏ। ਉਹ ਕੰਮ ਵੀ ਸੁਖਦਾਇਕ ਹੈ ਜਿਸ ਕੰਮ ਵਿੱਚ ਤੇਰੀ ਭਜਨ ਸਿਮਰਨ ਰੂਪੀ ਘਾਲਣਾ ਕਮਾਈ ਕੀਤੀ ਜਾਵੇ, ਸਭ ਤੋਂ ਸਫਲੀ ਹੈ ਉਹ। ਸੋ ਹਿਰਦਾ ਸੁਹੇਲਾ ਜੇ ਤੇ ਹਿਰਦੈ ਤੂੰ ਉੱਠਾ, ਸਭਨਾ ਕੇ ਦਾਤਾਰਾ ਜੀਓ। ਉਹ ਹਿਰਦਾ ਵੀ ਸੋਭਨੀਕ ਤੇ ਸੁਖੀ ਹੈ ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਤੁਸੀਂ ਵਸੇ ਹੋਏ ਹੋ। ਵਸੇ ਤਾਂ ਸਾਰਿਆਂ ਵਿੱਚ ਹੀ ਨੇ, ਭਾਵ ਜਿੱਥੇ ਤੁਸੀਂ ਪ੍ਰਗਟ ਹੋਏ ਹੋ, ਸਾਖਿਆਤਕਾਰ ਹੋਏ ਹੋ, ਅਤੇ ਤੂੰ ਹੀ ਵਾਹਿਗੁਰੂ ਸਾਰਿਆਂ ਦਾ ਦਾਤਾ ਹੈ। ਚਾਹੇ ਦੁਨੀਆ ਦੇ ਅੰਦਰ ਕੋਈ ਵੀ ਹੈ, ਆਪ ਹੀ ਸਾਰਿਆਂ ਦੇ ਪਿਤਾ ਹੋ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰਾ ਅਖੁੱਟ ਭੰਡਾਰਾ। ਤੂੰ ਸਾਰਿਆਂ ਦਾ ਸਾਂਝਾ ਪਿਤਾ ਹੈ, ਸਾਹਿਬ ਹੈ ਸਾਰਿਆਂ ਦਾ। ਵਿਸ਼ੇਸ਼ ਕਰਕੇ ਜਿਹੜਾ ਭਗਤਾਂ ਦਾ ਬਾਪ ਹੈ, ਕਿਉਂਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਾਇਕ ਦਾ ਹੋ ਸਾਰੀ ਸ੍ਰਿਸ਼ਟੀ ਦੇ ਰਚਨਹਾਰ, ਸ੍ਰਿਸ਼ਟੀ ਦੇ ਮਾਲਕ ਹੋ ਆਪ, ਪਰ ਉਹਦੇ ਵਿੱਚ ਤੁਸੀਂ ਸਾਡੇ ਵਿਸ਼ੇਸ਼ ਕਰਕੇ ਖਸਮ ਤੋਂ ਭਾਵ ਮਾਲਕ ਹੋ। ਇਸੇ ਤਰ੍ਹਾਂ ਤੁਸੀਂ ਸਾਰਿਆਂ ਦੇ ਸਾਂਝੇ ਸਾਹਿਬ ਹੋ, ਪਰ ਇਹਦੇ ਵਿੱਚ ਵਿਸ਼ੇਸ਼ਤਾ ਹੈ ਕਿ ਬਾਪ ਹਮਾਰਾ, ਤੂੰ ਸਾਡਾ ਪਿਤਾ ਹੈ। ਨੌ ਨਿਧ ਤੇਰਾ ਅਖੁੱਟ ਭੰਡਾਰਾ, ਕਿਉਂਕਿ ਧੰਨ ਗੁਰੂ ਰਾਮਦਾਸ ਸਾਹਿਬ ਜੀ ਰੂਪ ਹੋ ਕੇ ਆਪ ਸਾਡੇ ਪਿਤਾ ਬਣੇ, ਔਰ ਆਪ ਦੇ ਪਾਸ ਨੌ ਨਿਧੀਆਂ ਦੇ ਭੰਡਾਰੇ ਭਰੇ ਪਏ ਨੇ। ਅਮੁੱਕ ਭੰਡਾਰੇ ਹਨ, ਕਦੇ ਜੋ ਮੁੱਕਦੇ ਨਹੀਂ। ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀਓ। ਜਿਸ ਨੂੰ ਆਪ ਦਾਤਾਂ ਦਿੰਦੇ ਹੋ ਉਹ ਤ੍ਰਿਪਤ ਹੋ ਕੇ ਚੰਗੀ ਤਰ੍ਹਾਂ ਅਗਾਵੈ ਤੋਂ ਭਾਵ ਰੱਜ ਜਾਂਦਾ। ਉਹੀ ਤੁਹਾਡਾ ਜਿਹੜਾ ਪੂਰਨ ਭਗਤ ਹੈ, ਜਿਹੜਾ ਮਨ ਦੇ ਅੰਦਰ ਸਾਰੀ ਜਿਹਦੀ ਤ੍ਰਿਸ਼ਨਾ ਤੁਸੀਂ ਮੁਕਾ ਦਿੰਦੇ ਹੋ, ਰੱਜ ਆ ਜਾਂਦਾ ਜਿਸ ਨੂੰ। ਜਿਵੇਂ ਭਾਈ ਮਰਦਾਨੇ ਦੀ ਤ੍ਰਿਸ਼ਨਾ ਰਾਤ ਮੁਕਾਈ ਬਚਨ ਕਰਕੇ, ਇਸ ਤਰ੍ਹਾਂ ਸਤਿਗੁਰੂ ਆਪਣੇ ਪਿਆਰਿਆਂ ਦੀ ਅੰਦਰਲੀ ਤ੍ਰਿਸ਼ਨਾ ਨੂੰ ਮੇਟ ਕੇ ਉਹਨਾਂ ਨੂੰ ਰੱਜੀਆਂ ਰੂਹਾਂ ਬਣਾ ਦਿੰਦੇ ਨੇ। ਰੱਜੇ ਪੁੱਜੇ, ਭਾਵੇਂ ਖਾਣ ਨੂੰ ਕੁਛ ਵੀ ਨਾ ਹੋਵੇ ਫੇਰ ਵੀ ਸਬਰ ਤੇ ਸੰਤੋਖ ਹੁੰਦਾ। ਭਾਵੇਂ ਕੋਲ ਕੁਛ ਵੀ ਨਾ ਹੋਵੇ ਤਾਂ ਵੀ ਕਹਿਣਗੇ ਵਾਹਿਗੁਰੂ ਦਾ ਦਿੱਤਾ ਸਭ ਕੁਛ ਹੈ, ਕਿਉਂਕਿ ਅੰਦਰ ਰੱਜ ਹੈ। ਜਦੋਂ ਅੰਦਰ ਭੁੱਖ ਲੱਗੀ ਹੋਵੇ ਫੇਰ ਜਾ ਕੇ ਤ੍ਰਿਸ਼ਨਾ ਅਧਿਕ ਹੈ ਵਹੀ ਜਾਨ ਕੰਗਾਲ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ। ਹੁਣ ਦੁਨੀਆ ਅੰਦਰ ਚਾਹੇ ਕੋਈ ਕਿਤੇ ਵੀ ਬੈਠਾ ਹੈ, ਹਰੇਕ ਆਪ ਦੀ ਆਸ ਕਰਕੇ ਹੀ ਬੈਠਾ, ਕਿਉਂਕਿ ਆਪ ਸਾਰਿਆਂ ਦਿਲਾਂ ਦੇ ਵਿੱਚ ਵਸ ਰਹੇ ਹੋ, ਹਰੇਕ ਹਿਰਦੇ ਵਿੱਚ ਬੈਠੇ ਹੋ, ਘਟਾਂ ਘਟਾਂ ਦੇ ਵਿੱਚ ਵਿਆਪਕ ਹੋ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸਹਿ ਬਾਹਰਾ ਜੀਓ। ਇਸੇ ਲਈ ਤਾਂ ਤੇਰੇ ਖਜ਼ਾਨੇ ਦੇ ਸਾਰੇ ਜਾਣੇ ਭਾਈਵਾਲ ਹਿੱਸੇਦਾਰ ਸਦਾਉਂਦੇ ਨੇ, ਸਾਂਝੀਵਾਲ, ਕਿਉਂਕਿ ਇਹ ਵਾਹਿਗੁਰੂ ਤੁਸੀਂ ਕਿਸੇ ਤੋਂ ਬਾਹਰ ਨਹੀਂ ਹੋ, ਸਾਰਿਆਂ ਵਿੱਚ ਹੀ ਵਿਆਪਕ ਹੋ, ਪਰਿਪੂਰਨ ਹੋ। ਇਹ ਗੱਲ ਨੂੰ ਸਮਝਦਿਆਂ ਇਨਸਾਨ ਨੂੰ ਸਮਾਂ ਲੱਗ ਜਾਂਦਾ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ।
ਤੁਸੀਂ ਆਪ ਹੀ ਗੁਰਮੁਖਾਂ ਨੂੰ ਗੁਰਾਂ ਦੁਆਰਾ ਮੁਕਤ ਕਰਾਉਂਦੇ ਹੋ। ਗੁਰੂ ਸਾਹਿਬ ਦੇ ਕੋਲ ਭੇਜ ਕੇ, ਸਿੱਖਿਆ ਦੇ ਕੇ, ਸੰਗਤ ਵਿੱਚ ਬਿਠਾ ਕੇ, ਸੋਝੀ ਪਾ ਕੇ, ਸੇਵਾ ਕਰਾ ਕੇ, ਬਾਣੀ ਪੜ੍ਹਾ ਕੇ, ਸਿਮਰਨ ਕਰਵਾ ਕੇ, ਅਤੇ ਤੁਸੀਂ ਆਪ ਹੀ ਮਨਮੁਖਾਂ ਨੂੰ ਭੈੜਿਆਂ ਦੀ ਸੰਗਤ ਹੋਣ ਕਰਕੇ ਜਨਮਾਂ ਵਿੱਚ ਭਵਾਏ ਹਿਤ ਭਾਵ ਭਾਉਂਦੇ ਰਹਿੰਦੇ ਹੋ, ਗੇੜੇ ਖਵਾਉਂਦੇ ਰਹਿੰਦੇ ਹੋ। ਉਹਨਾਂ ਨੂੰ 84 ਦਾ ਗੇੜਾ ਪਿਆ ਹੀ ਰਹਿੰਦਾ। ਨਾਨਕ ਦਾਸ ਤੇਰਾ ਬਲਿਹਾਰੈ, ਸਭ ਤੇਰਾ ਖੇਲ ਦਸਹਰਾ ਜੀਓ। ਦਸਹਰਾ ਤੋਂ ਭਾਵ ਪ੍ਰਗਟ, ਦਸੋ ਦਿਸ਼ਾ ਰੂਪੀ ਖੇਲ ਸਾਰਾ ਆਪ ਜੀ ਦਾ ਹੀ ਹੈ। ਮਹਾਰਾਜ ਫਰਮਾਉਂਦੇ ਨੇ, ਕਿਉਂਕਿ ਮੈਂ ਦਾਸ ਤਾਂ ਆਪ ਜੀ ਤੋਂ ਸਿਰਫ ਬਲਿਹਾਰ ਜਾਂਦਾ, ਕੁਰਬਾਨ ਜਾਵਾਂ ਤੈਥੋਂ। ਕਿਉਂਕਿ ਗੁਰਾਂ ਨੇ ਤਾਂ ਅਕਾਲ ਪੁਰਖ ਦੀ ਸਾਰੀ ਰਚਨਾ ਲੀਲਾ ਸਭ ਦੇਖੀ ਹੈ ਨਾ। ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਨੂੰ ਸੋਝੀ ਹੀ ਨਹੀਂ ਹੈ, ਪਰ ਜਿਨ੍ਹਾਂ ਨੇ ਉਹਦਾ ਸਾਰਾ ਸਿਸਟਮ ਸਮਝਿਆ, ਦੇਖਿਆ, ਉਹ ਬਲਿਹਾਰ ਜਾਂਦਾ ਵੀ ਇੰਨਾ ਵੱਡਾ ਇਹ ਜਿੰਨਾ ਕੁਝ ਹੈ ਕਿਵੇਂ ਚਲਾ ਰਹੇ ਨੇ ਪਰਮੇਸ਼ਰ। 84 ਲੱਖ ਇੱਕ ਧਰਤੀ ਤੇ। ਇਹ ਤਾਂ ਧਰਤੀਆਂ ਦੀ ਗਿਣਤੀ ਨਹੀਂ ਹੈ ਕਿ ਕਿੰਨੀਆਂ ਧਰਤੀਆਂ ਤੇ ਪਰਮੇਸ਼ਰ ਕਿਸ ਤਰ੍ਹਾਂ ਚਲਾਉਂਦੇ ਨੇ ਸਭ ਕੁਝ। ਮਾਝ ਮਹੱਲਾ ਪੰਜਵਾ। ਅਨਹਦ ਬਾਜੈ ਸਹਿਜ ਸੁਹੇਲਾ, ਸਬਦ ਆਨੰਦ ਕਰੇ ਸਦ ਕੇਲਾ। ਅਨਹਦ ਹੁੰਦਾ ਇੱਕ ਰਸ ਲਗਾਤਾਰ ਜਿਹੜਾ ਸ਼ਬਦ ਹੈ। ਸ਼ਬਦ ਤੋਂ ਭਾਵ ਗੁਰ ਸ਼ਬਦ ਦੇ ਵਾਜੈ, ਵਾਜੈ ਤੋਂ ਭਾਵ ਉਚਾਰਨ ਕਰਨਾ। ਉਚਾਰਨ ਕਰਕੇ ਮੈਂ ਸਹਿਜੇ ਹੀ ਸੁਖੀ ਹਾਂ। ਆਨੰਦ ਸਹਿਤ ਮੈਂ ਸਦਾ ਹੀ ਖੁਸ਼ੀਆਂ ਕਰਦਾ। ਸ਼ਬਦ ਆਨੰਦ ਕਰੇ ਸਦ ਕੇਲਾ। ਸਦ ਕੇਲਾ ਜੋ ਸ਼ਬਦ ਭਾਵ ਬ੍ਰਹਮ ਹੈ ਨਾ, ਉਹਦੇ ਆਨੰਦ ਨੂੰ ਧਾਰਨ ਕਰਦਾ ਹਾਂ। ਕੇਲ ਕਰੇ, ਕੇਲ ਮਤਲਬ ਕਿ ਜਿਹੜੀਆਂ ਖੁਸ਼ੀਆਂ ਕਰਦਾ। ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੋ ਚਿੰਤੇ ਬਾਜ ਪਏ। ਕਿਉਂਕਿ ਦਰਿਆ ਦੇ ਕੰਨੇ ਬੈਠਾ ਬਗਲਾ ਕੇਲ ਕਰਦਾ, ਮੱਛੀਆਂ ਡੱਡੀਆਂ ਫੜਦਾ, ਇੱਕ ਲਾਦੇ ਭਾਰ ਖੜਦਾ, ਪਰ ਨਹੀਂ ਪਤਾ ਕਿ ਮੇਰੇ ਉੱਤੇ ਵੀ ਬਾਜ ਨੇ ਝਪਟ ਮਾਰ ਦੇਣੀ ਹੈ। ਸਹਿਜ ਗੁਫਾ ਮਹਿ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਸਹਿਜ ਤੋਂ ਭਾਵ ਸ਼ਾਂਤੀ, ਪਰਮਾਤਮਾ ਰੂਪ ਗੁਫਾ ਵਿੱਚ ਤਾੜੀ ਸਮਾਧੀ ਲਗਾਈ ਹੈ ਅਤੇ ਦਸਮ ਦੁਆਰ ਸਰੂਪ ਰੂਪੀ ਉੱਚਾ ਆਸਣ ਸਵਾਰਿਆ। ਸਹਿਜ ਗੁਫਾ ਸਰੀਰ ਦੇ ਅੰਦਰ ਸਾਰੀਆਂ ਅਵਸਥਾਵਾਂ ਨੂੰ ਪਾਰ ਕਰਕੇ ਨਿਰਵਿਕਲਪ ਸਮਾਧੀ ਵਿੱਚ ਜਦੋਂ ਜੀਵ ਪਹੁੰਚ ਜਾਂਦਾ ਹੈ, ਜਿੱਥੇ ਜਾਗਰਤ ਸੁਪਨ ਸੁਖੋਪਤ ਤਿੰਨੇ ਅਵਸਥਾ ਜਾ ਕੇ ਅਭਾਵ ਹੋ ਜਾਂਦੀਆਂ ਨੇ, ਸਮਾਪਤੀ ਹੋ ਜਾਂਦੀਆਂ ਨੇ। ਜਿੱਥੇ ਚੌਥੀ ਅਵਸਥਾ ਹੈ ਸਾਖੀ ਚੇਤਨ, ਜਿੱਥੇ ਪਾਰ ਬ੍ਰਹਮ ਪਰਮੇਸ਼ਰ ਆਪ ਹੈ, ਉਸ ਥਾਂ ਦੇ ਉੱਤੇ ਜਾ ਕੇ ਆਸਣ ਲਾ ਕਰਕੇ ਤੁਸੀਂ ਬੈਠੇ ਹੋ। ਹੌਲੀ ਹੌਲੀ ਜੀਵ ਮਿਹਨਤ ਕਰਕੇ ਉਸ ਥਾਂ ਦੇ ਉੱਤੇ ਪਹੁੰਚਦਾ। ਫਿਰ ਘੇਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ। ਬਾਹਰਲੇ ਕਾਰ ਵਿਹਾਰ ਨੇ ਜਿੰਨੇ, ਇਹਨਾਂ ਦੇ ਵਿੱਚ ਬੰਦਾ ਘੁੰਮਦਾ ਫਿਰਦਾ ਮੁੜ ਘਿਰ ਕੇ ਆਪਣੇ ਫਿਰ ਤੁਰ ਕੇ ਜਦ ਮੈਂ ਆਪਣੇ ਅੰਤਰਮੁਖਤਾ ਰੂਪੀ ਘਰ ਵਿੱਚ ਆਇਆ। ਗੁਰੂ ਸਾਹਿਬ ਨੇ ਤਾਂ ਕੀ ਆਉਣਾ, ਸਤਿਗੁਰੂ ਤਾਂ ਆਪ ਬ੍ਰਹਮ ਪਰਮੇਸ਼ਰ ਨੇ, ਪਰ ਸਾਨੂੰ ਸਮਝਾਉਣ ਲਈ ਆਪ ਵੀ ਸਾਡੇ ਵਿੱਚ ਸ਼ਾਮਲ ਹੋ ਜਾਂਦੇ ਨੇ। ਕਹਿੰਦੇ ਜਦੋਂ ਮੈਂ ਮੁੜ ਘਿਰ ਕੇ ਘੁੰਮ ਘੁਮਾ ਕੇ ਆਪਣੇ ਅੰਤਰਮੁਖਤਾ ਰੂਪੀ ਘਰ 'ਚ ਆਇਆ, ਅੰਦਰ ਨੂੰ ਬਿਰਤੀ ਕੀਤੀ, ਫਿਰ ਜੋ ਕੁਝ ਮੈਨੂੰ ਚਾਹੀਦਾ ਸੀ ਉਹ ਪਦਾਰਥ ਅੰਦਰੋਂ ਹੀ ਮਿਲ ਗਿਆ। ਮੈਨੂੰ ਸੀ ਤਾਂ ਸਾਰਾ ਕੁਝ ਮੇਰੇ ਅੰਦਰ ਹੀ, ਪਰ ਮੈਂ ਅਗਿਆਨ ਪੁਣੇ ਵਿੱਚ ਬਾਹਰ ਹੀ ਲੱਭਦਾ ਰਿਹਾ। ਤ੍ਰਿਪਤ ਅਗਾਏ ਰਹਿਆ ਹੈ ਸੰਤੋ, ਗੁਰ ਅਨਭਉ ਪੁਰਖ ਦਿਖਾਰਿਆ ਜੀਓ। ਕਹਿੰਦੇ ਸੰਤੋ ਧੰਨ ਗੁਰੂ ਸਾਹਿਬ ਜੀ ਹਨ, ਜਿਨ੍ਹਾਂ ਨੇ ਅਨਭਉ ਪੁਰਖ ਪਰਮਾਤਮਾ ਦੇ ਦਰਸ਼ਨ ਕਰਾਤੇ ਨੇ। ਸੋ ਉਹਨਾਂ ਦੇ ਦਰਸ਼ਨ ਕਰਨ ਨਾਲ ਲੋਕ ਤੇ ਪਰਲੋਕ ਦੇ ਪਦਾਰਥਾਂ ਵੱਲੋਂ ਮਨ ਰੱਜ ਗਿਆ ਹੈ। ਕਿਉਂਕਿ ਮੇਰੇ ਹੱਥ ਵਿੱਚ ਜੋ ਸਭ ਤੋਂ ਸ਼੍ਰੋਮਣੀ ਸੀ, ਮਨ ਰੂਪੀ ਹੱਥ ਵਿੱਚ ਉਹੀ ਆ ਗਿਆ। ਪਹਿਲਾਂ ਜਿਹੜੇ ਫਿਕਰ ਫਾਕੇ ਸੀ ਉਹ ਸਾਰੇ ਉਹਨਾਂ ਦੇ ਆਉਣ ਕਰਕੇ ਮੁੱਕ ਗਏ ਨੇ, ਕਿਉਂਕਿ ਹੁਣ ਖਜ਼ਾਨਾ ਮੇਰੇ ਕੋਲ ਹੈ। ਖਜ਼ਾਨਾ ਵੀ ਐਸਾ ਮੁੱਕਦਾ ਹੀ ਨਹੀਂ ਹੈ। ਖਾਵੈ ਕਰ ਚਾਹੇ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਜਦੋਂ ਬੰਦੇ ਨੂੰ ਥੋੜ੍ਹਾ ਥੋੜ੍ਹਾ ਖਾਣ ਨੂੰ ਮਿਲੇ, ਉਹਦੀ ਤ੍ਰਿਸ਼ਨਾ ਜੀ ਬਣੀ ਰਹਿੰਦੀ, ਹੋਰ ਮਿਲੇ। ਪਰ ਜਦੋਂ ਸਤਿਗੁਰੂ ਜੀ ਸਮੁੰਦਰ ਜਿੱਡਾ ਖਜ਼ਾਨਾ ਦੇ ਦਿੰਦੇ ਨੇ,
ਬੰਦਾ ਸੋਚਦਾ ਹੈ ਤੇ ਮੈਥੋਂ ਮੁੱਕਣਾ ਹੀ ਨਹੀਂ, ਮੇਰੇ ਕੋਲ ਤਾਂ ਹੈ ਹੀ ਬਹੁਤ ਕੁਝ। ਉਹ ਇੱਕ ਪਾਸੇ ਚੋਂ ਨਿਸ਼ਚਿੰਤਤਾ ਸਹਿਤ ਹੋ ਜਾਂਦਾ, ਬਸ ਹੁਣ ਮੈਨੂੰ ਕੋਈ ਲੋੜ ਨਹੀਂ ਹੈ, ਐਸਾ ਖਜ਼ਾਨਾ ਮਿਲ ਗਿਆ ਹੈ, ਅਖੁੱਟ ਖਜ਼ਾਨਾ ਗੁਰਾਂ ਨੇ ਮੈਨੂੰ ਦੇ ਦਿੱਤਾ ਹੈ। ਹੁਣ ਉਧਰੋਂ ਤਾਂ ਹੁਣ ਬੇਫਿਕਰੀ ਹੋ ਗਈ, ਰੱਜ ਗਿਆ। ਹੁਣ ਜਿਹਦੇ ਕੋਲ ਸਮੁੰਦਰ ਜਿੱਡਾ ਖਜ਼ਾਨਾ ਆ ਗਿਆ, ਕੋਈ ਉਹਨੂੰ ਕਹੇ ਕਿ ਆ ਮੇਰੇ ਕੋਲੋਂ ਛੋਟਾ ਜਿਹਾ ਪਦਾਰਥ ਲੈ ਲਾ, ਉਹ ਕਹਿੰਦਾ ਭਾਈ ਮੈਨੂੰ ਤਾਂ ਲੋੜ ਨਹੀਂ, ਹੁਣ ਮੈਂ ਤਾਂ ਰੱਜਿਆ ਬੈਠਾ, ਤੂੰ ਦੱਸ ਜੇ ਤੈਨੂੰ ਚਾਹੀਦਾ ਤਾਂ। ਕਿਉਂਕਿ ਉਹ ਆਪ ਹੀ ਵੰਡਣ ਲਈ ਸਮਰੱਥ ਹੋ ਜਾਂਦਾ। ਆਪੇ ਰਾਜਨ ਆਪੇ ਲੋਗਾ, ਆਪ ਨਿਰਬਾਣੀ ਆਪੇ ਭੋਗਾ। ਉਹ ਵਾਹਿਗੁਰੂ ਪਰਮਾਤਮਾ ਆਪ ਹੀ ਰਾਜਾ ਰੂਪ ਹੈ, ਆਪ ਹੀ ਪਰਜਾ ਰੂਪ ਹੈ, ਆਪ ਹੀ ਨਿਰਬਾਣੀ ਹੁੰਦਾ, ਵਿਰਕਤ ਮਹਾਤਮਾ ਰੂਪ ਹੈ, ਆਪ ਹੀ ਪਦਾਰਥਾਂ ਦੇ ਭੋਗਾ ਤੋਂ ਭਾਵ ਭੋਗਣ ਵਾਲਾ ਗ੍ਰਸਤੀ ਰੂਪ ਹੈ। ਆਪੇ ਤਖਤ ਬਹਿ ਸਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ। ਆਪ ਹੀ ਵਾਹਿਗੁਰੂ ਰਾਜਾ ਰੂਪ ਹੋ ਕੇ ਪ੍ਰਤੱਖ ਤਖਤ ਤੇ ਬੈਠ ਕੇ ਸੱਚਾ ਨਿਆਂ ਕਰਦਾ। ਆਪ ਹੀ ਵਾਹਿਗੁਰੂ ਈਸ਼ਵਰ ਰੂਪ ਹੋ ਕੇ ਸੰਸਾਰ ਤਖਤ ਤੇ ਬੈਠ ਕੇ ਸੱਚਾ ਨਿਆਂ ਕਰਦਾ। ਆਪ ਹੀ ਵਿਸ਼ਨੂੰ ਰੂਪ ਹੋ ਕੇ ਬੈਕੁੰਠ ਤਖਤ ਤੇ ਬਹਿ ਕੇ ਸੱਚਾ ਨਿਆਂ ਕਰਦਾ। ਆਪ ਹੀ ਸਾਖੀ ਚੇਤਨ ਰੂਪ ਹੋ ਕੇ ਅੰਤःਕਰਨ ਰੂਪ ਤਖਤ ਤੇ ਬੈਠ ਕੇ ਸੱਚਾ ਨਿਆਂ ਕਰਦਾ। ਕਿਉਂਕਿ ਬੈਠਾ ਉਹ ਸਾਰਿਆਂ 'ਚ ਆਪ ਹੀ ਹੈ। ਦੇਖਣ ਮਾਤਰ ਲੱਗਦਾ ਆਪਾਂ ਨੂੰ ਦੁਨੀਆ ਦੇ ਅੰਦਰ ਜਿੰਨੇ ਰਾਜੇ ਨੇ, ਦੇਸ਼ਾਂ ਮੁਲਕਾਂ ਦੇ ਵੱਡੇ, ਆਪਾਂ ਕਹਿੰਦੇ ਫਲਾਣੇ ਰਾਜੇ ਨੇ ਆਹ ਕਰ ਦਿੱਤਾ, ਫਲਾਣੇ ਥਾਂ ਦੇ ਰਾਸ਼ਟਰਪਤੀ ਨੇ ਇਹ ਕੀਤਾ। ਮਹਾਰਾਜ ਕਹਿੰਦੇ ਮੇਰੀ ਨਿਗਾਹ ਨਾਲ ਦੇਖੋ ਤਾਂ ਉਹ ਸਾਰਿਆਂ ਵਿੱਚ ਹੀ ਬੈਠਾ। ਸਭ ਤੋਂ ਜੋ ਉਹਨੇ ਕਰਵਾਉਣਾ ਉਹ ਕਰਵਾ ਲੈਣਾ, ਉਹਦੇ ਵੀ ਬਸ ਕੁਝ ਨਹੀਂ ਹੁੰਦਾ। ਪਰਮੇਸ਼ਰ ਆਪ ਹੀ ਸਾਰੀ ਕਿਰਪਾ ਕਰੀ ਜਾਂਦੇ ਨੇ, ਰਾਜਾ ਰੂਪ ਹੋ ਕੇ ਬੈਠੇ ਨੇ, ਈਸ਼ਵਰ ਰੂਪ ਵੀ ਉਹੀ ਬੈਠੇ ਆ, ਵਿਸ਼ਨੂੰ ਰੂਪ ਹੋ ਕੇ ਉਹਦੇ ਵਿੱਚ ਵੀ ਉਹਦੀ ਸੱਤਾ ਹੈ, ਰਾਜਾ ਇੰਦਰ ਵੀ ਰਾਜਾ ਹੈ, ਉਹਦੇ ਵਿੱਚ ਵੀ ਉਹਦੀ ਸੱਤਾ ਹੈ, ਬੰਦੇ ਦੇ ਅੰਦਰ ਵੀ ਉਹਦੀ ਸੱਤਾ ਹੈ, ਇੱਥੇ ਵੀ ਉਹ ਰਾਜਾ ਹੋ ਕੇ ਬੈਠਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਆਪ ਹੀ ਗੁਰੂ ਰੂਪ ਹੋ ਕੇ ਸਤਸੰਗਤ ਰੂਪੀ ਤਖਤ ਤੇ ਬੈਠ ਕੇ ਸੱਚਾ ਨਿਆਂ ਕਰਦਾ। ਸਭ ਤੋਂ ਵੱਡਾ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਤਾਈਆਂ ਤਾਂ ਫਿਰ ਜਿਹੜੀਆਂ ਸਾਰੀਆਂ ਕੂਕ ਪੁਕਾਰਾਂ ਨੇ, ਉੱਚੀਆਂ ਪੁਕਾਰਾਂ ਦੂਰ ਹੋ ਗਈਆਂ, ਖਤਮ ਹੋ ਗਈਆਂ। ਹੁਣ ਪੁਕਾਰ ਨਹੀਂ ਕਰਦਾ, ਕਿਉਂਕਿ ਹੁਣ ਸਭ ਕੁਝ ਮਿਲ ਗਿਆ। ਜਿਹਾ ਡਿੱਠਾ ਮੈਂ ਤੇ ਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ। ਜਿਹਾ ਜਿਹਾ ਮੈਂ ਵੇਖਿਆ ਹੈ, ਗੁਰੂ ਸਾਹਿਬ ਕਹਿੰਦੇ ਨੇ, ਉਹ ਜਿਹਾ ਮੈਂ ਕਹਿ ਦਿੱਤਾ। ਕਿਉਂਕਿ ਕਹਿੰਦੇ ਮੈਂ ਸਭ ਵਿੱਚ ਉਸੇ ਨੂੰ ਦੇਖਿਆ, ਮੈਂ ਦੂਜੇ ਨੂੰ ਦੇਖਦਾ ਹੀ ਨਹੀਂ। ਤੁਸੀਂ ਕਹਿੰਦੇ ਹੋ ਕਿ ਉਹ ਰਾਜਾ ਹੈ, ਉਹ ਈਸ਼ਰ ਹੈ, ਉਹ ਵਿਸ਼ਨੂੰ ਹੈ, ਉਹ ਫਲਾਨਾ ਹੈ, ਉਹ ਫਲਾਨਾ। ਕਹਿੰਦੇ ਮੈਂ ਤਾਂ ਕਹਿੰਦਾ ਸਾਰਾ ਉਹ ਆਪ ਹੀ ਬੈਠਾ, ਸਿਰਫ ਬਾਹਰਲੀ ਬਣਾਵਟ ਬਦਲੀ ਹੈ। ਹਰੇਕ ਦੇ ਅੰਦਰ ਬੈਠ ਕੇ ਉਹਦੀ ਬੁੱਧੀ ਨੂੰ ਪ੍ਰੇਰਨਾ ਦੇਣੀ, ਇਹ ਉਹਦਾ ਹੀ ਕੰਮ ਹੈ। ਤਿਸ ਰਸ ਆਇਆ ਜਿਨ ਭੇਦ ਲਹਿਆ। ਪਰ ਆਨੰਦ ਉਹਨੂੰ ਹੀ ਆਇਆ ਜਿਹਨੇ ਇਹ ਗੱਲ ਦਾ ਭੇਦ ਜਾਣ ਲਿਆ ਕਿ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਇਹ ਬੜੀ ਵੱਡੀ ਅਵਸਥਾ ਹੈ ਇੱਕ। ਇਸ ਕਰਕੇ ਤੂੰ ਹੀ ਰੂਪ, ਤੂੰ ਹੀ ਰੰਗ, ਸਭ ਕੁਝ ਤੂੰ ਆਪ ਹੀ ਹੈ। ਤੂੰ ਹੀ ਰਸ ਹੈ, ਤੂੰ ਹੀ ਜਸ ਹੈ, ਸਭ ਕੁਝ ਆਪ ਹੈ। ਮਹਾਰਾਜ ਕਹਿੰਦੇ ਮੇਰੀ ਨਿਗਾਹ ਨਾਲ ਦੇਖੋ ਤਾਂ ਕੋਈ ਦੂਜਾ ਹੈ ਹੀ ਨਹੀਂ ਹੈ। ਚਾਹੇ ਕਿੰਨਿਆਂ ਦੀ ਗਿਣਤੀ ਕੀਤੀ ਹੈ, केते इंद चंद सूर केते केते मंडल देश केते सिद्ध बुद्ध नाथ केते केते देवी वेश। बैठा तो आप ही सारे में। एक है बाहरली गल के बाहर वखरा 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 सब कुछ नजर आता है। जदों आपां उहदे पिछे देखिया जाके कि जोत तो सारियां विच तेरी ही काम कर रही है, कहंदे उहनूं रस आ गया जिहने ये भेद जान लिया। ज्योति जोत मिली सुख पाया, जन नानक एक को पसारिया जियो। जिस परमात्मा ने एक आप ही सारे संसार दे पसारे नूं पसारिया होया है, वो ज्योति स्वरूप जो परमात्मा नाल ये जीव की जोत मिली तो आत्मक सुख आया, भटकना बंद हो गई, हुण उहदे नाल ही लीन हो गया जीव। माज महला पंजवा, जित कर पिर सुहाग बनाया, तित कर सखिए मंगल गाया। जिस सत्संगत रूपी घर विच जो पति का सुहाग आनंद बन आया है वाहिगुरु का,
ਉਸ ਸਤਸੰਗਤ ਰੂਪੀ ਘਰ ਵਿੱਚ ਮਹਾਤਮਾ ਰੂਪ ਸਖੀਆਂ ਨੇ ਜੋ ਖੁਸ਼ੀਆਂ ਦੇ ਦੇਣ ਵਾਲਾ ਪ੍ਰਮਾਤਮਾ, ਮੰਗਲ ਰੂਪ ਪ੍ਰਮਾਤਮਾ ਹੈ, ਉਹਨੂੰ ਗਾਇਆ ਹੈ। ਬੈਠ ਕੇ ਉਹਦੇ ਪ੍ਰਮਾਤਮਾ ਦੇ ਜਸ ਨੂੰ ਕੀਤਾ ਉਹਨਾਂ ਨੇ। ਬੈਠ ਕੇ ਜਿਤ ਘਰ ਫਿਰ ਸੁਹਾਗ ਬਣਾਇਆ। ਜਿਸ ਅੰਤःਕਰਨ ਰੂਪ ਘਰ ਵਿੱਚ ਪਤੀ ਦਾ ਆਨੰਦ ਬਣ ਆਇਆ ਹੈ, ਉਸ ਅੰਤःਕਰਨ ਰੂਪੀ ਘਰ ਵਿੱਚ ਇੰਦਰੀਆਂ ਰੂਪ ਸਖੀਆਂ ਨੇ ਮੰਗਲ ਰੂਪ ਪਰਮਾਤਮਾ ਦੇ ਜਸ ਨੂੰ ਗਾਇਨ ਕੀਤਾ। ਜਿਵੇਂ ਜ਼ੁਬਾਨ ਉਹਦਾ ਗਾਇਨ ਕਰੇ, ਇਹ ਇੰਦਰੀ ਹੈ ਜ਼ੁਬਾਨ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ, ਜਗ ਮੈਂ ਉਤਮ ਕੱਢ ਗਿਆ ਵਿਰਲੇ ਕੇਈ ਕੇ। ਇਹ ਚੀਜ਼ ਦਾ ਸੁਣਨਾ ਤੇ ਇਹਦਾ ਉੱਥੇ ਤੱਕ ਜਾਣਾ ਬੜਾ ਫਰਕ। ਜਿਵੇਂ ਜਪਜੀ ਸਾਹਿਬ ਦੀ ਕਥਾ 'ਚ ਆਪਾਂ ਸੁਣਿਆ ਸੀ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਹੁਣ ਸੁਣ ਕੇ ਹੋਰ ਗੱਲ ਹੈ, ਦੇਖ ਕੇ ਹੋਰ ਗੱਲ ਹੈ, ਮਿਲ ਕੇ ਹੋਰ ਗੱਲ ਹੈ। ਆਨੰਦ ਵਿਨੋਦ ਤਿਤੈ ਘਰ ਸੋਹ ਹੈ, ਜੋ ਧਨ ਕੰਤ ਸਿੰਗਾਰੀ ਜੀਓ। ਆਨੰਦਦਾਇਕ ਜਿਹੜੇ ਵਿਨੋਦ ਹੁੰਦੇ ਭਾਵ ਕੌਤਕ ਨੇ, ਉਸ ਜੀਵ ਰੂਪ ਇਸਤਰੀ ਦੇ ਘਰ 'ਚ ਸ਼ੋਭਦੇ ਨੇ। ਜੋ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਨੇ ਸਾਧਨਾ ਰੂਪੀ ਸ਼ਿੰਗਾਰਾਂ ਨਾਲ ਸ਼ਿੰਗਾਰੀ ਹੈ ਆਪ। ਉਹਨੂੰ ਪੜ੍ਹਨ ਦਾ ਬਲ ਦਿੱਤਾ ਬਾਣੀ, ਉਹਨੂੰ ਸੁਣਨ ਦਾ ਬਲ ਦਿੱਤਾ ਬਾਣੀ। ਉਹ ਬਾਣੀ ਦੀ ਵਿਚਾਰ ਕਰਦਾ ਮਨ ਦੇ ਅੰਦਰ, ਉਹਦਾ ਮਨ ਇੱਕਮਿਕ ਹੋਇਆ ਸ਼ਬਦ ਦੇ ਨਾਲ। ਜਿਹੜਾ ਆਨੰਦ ਫਿਰ ਉਹਨੂੰ ਮਿਲਿਆ, ਸ਼ੁਭ ਗੁਣਾ ਰੂਪੀ ਸ਼ਿੰਗਾਰ ਹੋ ਗਿਆ ਉਹਦਾ। ਸਾ ਗੁਣਵੰਤੀ ਸਾ ਵਡ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ। ਉਹ ਹੁਣ ਇਸਤਰੀ ਸ਼ੁਭ ਗੁਣਾ ਵਾਲੀ ਹੋ ਗਈ, ਰੱਬ ਦੇ ਪਿਆਰੇ, ਉਹੀ ਵੱਡਿਆਂ ਭਾਗਾਂ ਵਾਲੀ ਹੈ, ਉਹੀ ਸ੍ਰੇਸ਼ਟ ਪੁੱਤਰ ਵਾਲੀ ਹੈ। ਕਿਹੜਾ ਪੁੱਤਰ ਹੋ ਗਿਆ ਉਹਨੂੰ? ਗਿਆਨ ਰੂਪੀ ਪੁੱਤਰ ਹੋ ਗਿਆ ਉਹਦੇ ਘਰੇ। ਉਹੀ ਸੀਲ ਸੁਭਾਅ ਵਾਲੀ, ਠੰਡਾ ਠਾਰ ਸੁਭਾਅ। ਉਹ ਗੱਲ ਹੀ ਮੁੱਕ ਗਈ ਵਿੱਚੋਂ। ਉਹ ਜਿਹੜਾ ਕ੍ਰੋਧ ਆਉਂਦਾ, ਲਾਲਚ ਸੀ, ਹੰਕਾਰ ਸੀ, ਇਹਦੇ ਕਰਕੇ ਤਪੀ ਜਾਂਦਾ ਸੀ ਬੈਠਾ, ਜਿਹੜਾ ਪ੍ਰਾਪਤੀ ਹੋਣ ਕਰਕੇ ਸ਼ਾਂਤੀ ਇੰਨੀ ਆ ਗਈ, ਬਹੁਤ ਸੀਲ ਸੁਭਾਅ ਹੋ ਗਿਆ, ਗੱਲਾਂ ਹੀ ਬਦਲ ਗਈਆਂ ਸਾਰੀਆਂ। ਉਹੀ ਸੁਹਾਗਣ ਤੋਂ ਭਾਵ ਸੁਹਾਗਵੰਤੀ ਹੈ। ਰੂਪਵੰਤ ਸਾ ਸੁਗੜ ਵਿਚਖਣ, ਜੋ ਧਨ ਕੰਤ ਪਿਆਰੀ ਜੀਓ। ਉਹੀ ਸੁੰਦਰ ਸਫਾਈ ਰੂਪੀ ਰੂਪ ਵਾਲੀ ਹੈ। ਸਫਾਈ ਰੂਪੀ ਰੂਪ ਵਾਲੀ ਜਿਹੜੀ ਅੰਦਰੋਂ ਸਫਾਈ ਹੈ, ਜਿਹਦੇ ਬਿਲਕੁਲ ਸੁੱਧਾ ਮਨ, ਸਾਫ਼ ਮਨ, ਇੱਕ ਮਨ, ਸੁੱਚਾ ਮਨ। ਉਹੀ ਸੁਗੜ ਚਤਰ ਤੇ ਸ਼ੁਭ ਗੁਣਾ ਰੂਪੀ ਸ੍ਰੇਸ਼ਟ ਘਾਟ ਦੇ ਘੜਨ ਵਾਲੀ ਬਣ ਗਈ। ਪਹਿਲਾਂ ਨਹੀਂ ਸੀ ਉਹਦੇ 'ਚ ਇਹ ਗੁਣ। ਸੁਗੜ ਵਿਚਖਣ ਜਿਹੜੀ ਹੈ, ਹੁਣ ਸੁਗੜ ਬਣ ਗਈ, ਸ਼ੁਭ ਗੁਣਾ ਰੂਪੀ ਸ੍ਰੇਸ਼ਟ ਘਾੜਤਾਂ ਦੇ ਘੜਨ ਵਾਲੀ। ਵਿਚਖਣ ਹੁੰਦੀ ਹੈ ਚਤਰ, ਔਰ ਇਸ ਕਰਕੇ ਬੇ ਹੁੰਦੀ ਦਵੈਤ ਤੇ ਚਾ ਪੁਨਾ ਖੰਨਣੇ ਵਾਲੀ। ਵਿਸ਼ੇਸ਼ ਕਰਕੇ ਗਿਆਨ ਵਿਰਾਗ ਰੂਪੀ ਚਕਸ਼ੂਆਂ ਵਾਲੀ ਹੈ ਵਿਚਖਣ, ਜਿਹੜੀ ਜੀਵ ਰੂਪ ਇਸਤਰੀ ਪਤੀ ਪ੍ਰਮਾਤਮਾ ਨੂੰ ਪਿਆਰੀ ਲੱਗੀ ਹੈ, ਕਿਉਂਕਿ ਉਹ ਤਿੰਨਾਂ ਲੋਕਾਂ ਦਾ ਮਾਲਕ। ਫਿਰ ਉਸ ਤੋਂ ਅੱਗੇ ਹੋਰ ਹੁਣ ਕੁਝ ਨਹੀਂ ਹੈ। ਸਭ ਤੋਂ ਵੱਡਾ ਫੈਸਲਾ ਕਰਤਾ, ਅਖੀਰ ਸਭ ਤੋਂ ਵੱਡੀ ਅਥਾਰਟੀ ਪ੍ਰਮਾਤਮਾ ਆਪ ਹੈ। ਕਈ ਵਾਰ ਥੱਲੇ ਥੱਲੇ ਹੋਈਆਂ ਗੱਲਾਂ ਸਾਰੀਆਂ ਦਾ ਇੱਥੇ ਬਹੁਤ ਰੌਲਾ ਪੈ ਜਾਂਦਾ। ਆਹ ਹੋਣ ਵਾਲਾ, ਕਈ ਰੌਲਾ ਪਾਉਂਦੇ ਵੀ ਰਹਿੰਦੇ ਆ। ਦੁਨੀਆ ਅੰਦਰ ਜਦੋਂ ਕਿਸੇ ਗੱਲ ਦਾ ਰੌਲਾ ਪੈਂਦਾ, ਪਰਮਾਤਮਾ ਦੀਆਂ ਕਈ ਚੀਜ਼ਾਂ ਨੂੰ ਕਈ ਮਹਾਤਮਾ ਵੀ ਜੇ ਬਾਹਰ ਕੱਢ ਦੇਣ, ਉਹ ਸਾਰੀ ਗੱਲ ਹੀ ਬਦਲ ਦਿੰਦੇ ਉੱਪਰੋਂ। ਕਹਿੰਦੇ ਜਾ ਰੌਲਾ ਪਾਈ ਜਾ, ਕਿਉਂਕਿ ਅਖੀਰ ਉਸ ਨੇ ਫੈਸਲਾ ਕਰਨਾ ਸਾਰਾ। ਹੋਰ ਸਾਰਿਆਂ ਥਾਵਾਂ ਤੇ ਸਭ ਕੁਝ ਚੱਲ ਜਾਂਦਾ, ਪਰ ਮਹਾਰਾਜ ਕਹਿੰਦੇ ਜਦੋਂ ਉੱਥੇ ਜਾ ਕੇ ਖੜਦੇ ਆ, ਉੱਥੇ ਤਾਂ ਚੁੱਪ ਹੀ ਠੀਕ ਹੈ। ਬਸ ਉੱਥੇ ਕੁਝ ਬੋਲ ਹੀ ਨਹੀਂ ਸਕਦੇ ਆਪਾਂ, ਕਿ ਕੀ ਬੋਲਾਂਗੇ ਉਹਦੇ ਸਾਹਮਣੇ। ਇੱਕ ਤੁੱਛ ਬੁੱਧੀ ਵਾਲਾ, ਬੂੰਦ ਨਾਲੋਂ ਵੀ 100ਵਾਂ ਗੁਣਾ ਥੱਲੇ, ਕਿਣਕਾਕ ਬੁੱਧੀ ਜਿਹਦੇ ਕੋਲੇ, ਸਮੁੰਦਰ ਮੂਹਰੇ ਕੀ ਬੋਲੇਗੀ ਕਿਣਕਾ ਮਾਤਰ। ਵਾਹਿਗੁਰੂ ਸਾਹਮਣੇ ਕੋਈ ਕੁਝ ਵੀ ਨਹੀਂ ਬੋਲ ਸਕਦਾ। ਇੱਥੇ ਜਿੰਨਾ ਮਰਜ਼ੀ ਰੌਲਾ ਪਾਈ ਜਾਓ, ਤੂਫਾਨ ਲਿਆਤਾ ਗੱਲਾਂ ਦਾ, ਕਦੇ ਦੇਖਿਆ ਨਹੀਂ ਨਾ ਸਾਹਮਣੇ ਖੜ ਕੇ। ਇਸ ਕਰਕੇ ਜਿਨ੍ਹਾਂ ਨੇ ਦਰਸ਼ਨ ਕਰ ਲਏ ਨੇ ਖੜ ਕੇ, ਉਹ ਚੁੱਪ ਗੁੰਮਸੁੰਮ ਹੋ ਗਿਆ, ਚੁੱਪ ਭਾਣੇ ਅੰਦਰ ਆ ਗਿਆ। ਉਹ ਕਹਿੰਦਾ ਐਵੇਂ ਹੀ ਰੌਲਾ ਪਾਈ ਜਾਂਦੇ ਸੀ ਆਪਾਂ,
ਭਾਣੇ ਦਾ ਮਾਲਕ ਤਾਂ ਸਭ ਤੋਂ ਵੱਡਾ, ਉਸੇ ਨੇ ਸਭ ਕੁਝ ਕਰਨਾ। ਆਪਣਾ ਤਾਂ ਐਵੇਂ ਰੌਲਾ ਹੀ ਹੈ। ਆਪਾਂ ਤਾਂ ਬਹਿ ਕੇ ਆਰਾਮ ਨਾਲ ਵਾਹਿਗੁਰੂ ਵਾਹਿਗੁਰੂ ਕਰੋ। ਅਸਲੀਅਤ ਤਾਂ ਇਹੀ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਆਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤੇ ਸੁਗਿਆਨੇ। ਉਹ ਸ੍ਰੇਸ਼ਟ ਕਰਤੱਬਾਂ ਵਾਲੀ ਇਸਤਰੀ ਬਣ ਜਾਂਦੀ, ਰੱਬ ਦੀ ਪਿਆਰੀ ਜੀਵ ਰੂਪ ਇਸਤਰੀ। ਸਾਰਿਆਂ ਚੋਂ ਪ੍ਰਧਾਨੇ ਮੁਖੀ ਵੀ ਉਹੀ ਹੈ। ਜਪ ਤਪ ਇਹ ਜਿੰਨੇ ਸਾਰੇ ਸ਼ਿੰਗਾਰ ਅਤੇ ਗਿਆਨ ਆਦਿਕ ਸਾਰੇ ਸਾਧਨ ਵੀ ਉਹਨੇ ਸਫਲ ਕਰ ਲਏ ਨੇ ਆਪਣੇ। ਉਹਦਾ ਸਾਰਾ ਕੁਝ ਹੀ ਸਫਲਾ ਹੋ ਗਿਆ। ਸਾ ਕੁਲਵੰਤੀ ਸਾ ਸਭਰਾਈ, ਜੋ ਪਿਰ ਕੈ ਰੰਗ ਸਵਾਰੀ ਜੀਓ। ਉਹੀ ਸ੍ਰੇਸ਼ਟ ਕੁਲ ਵਾਲੀ ਬਣ ਗਈ। ਕੁਲਵੰਤੀ ਕੁਲ ਵਾਲੀ, ਸੀਲਵੰਤੀ ਗੁਣਵੰਤੀ। ਸੋ ਧਨਵੰਤ ਕੁਲਵੰਤ ਪਤਵੰਤ, ਵੰਤ ਹੁੰਦਾ ਵਾਲਾ, ਕੁਲਵੰਤੀ ਕੁਲ ਵਾਲੀ। ਸ਼ੁਭ ਗੁਣਾ ਰੂਪੀ ਭਰਾਵਾਂ ਦੇ ਸਹਿਤ ਉਹ ਹੋ ਗਈ ਸਾ ਸਭਰਾਈ। ਅਥਵਾ ਕਹਿੰਦੇ ਸਾਰਿਆਂ ਵਿੱਚ ਰਾਈ ਜੋ ਪ੍ਰਕਾਸ਼ਣ ਕਰਨ ਵਾਲਾ ਪ੍ਰਮਾਤਮਾ, ਉਹ ਵੀ ਉਹ ਆਪ ਹੀ ਹੈ, ਜੋ ਆਪਣੇ ਪਤੀ ਦੇ ਰੰਗ ਪ੍ਰੇਮ ਕਰਕੇ ਸਵਾਰੀ ਹੋਈ ਹੈ। ਜੋ ਪਿਰ ਕੈ ਰੰਗ ਸਵਾਰੀ ਜੀਓ। ਫਿਰ ਪਤੀ ਦੇ ਰੰਗ ਵਿੱਚ ਰੰਗੀ ਹੋਈ ਖੁਦ ਹੀ ਸਵਾਰੀ ਗਈ। ਸਮਝ ਲੱਗ ਗਈ ਐਵੇਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਉੱਥੇ ਕਾਹਦਾ ਰੌਲਾ ਪਾਉਣਾ? ਸਿਆਣਾ ਹੈ, ਉਹਨੇ ਸਭ ਕੁਝ ਆਪੇ ਕਰਨਾ ਹੁੰਦਾ, ਕਰਤਾ ਹੈ। ਇਹ ਥੱਲੇ ਥੱਲੇ ਸਾਰੇ ਲੋਕਾਂ ਦਾ ਰੌਲਾ ਹੁੰਦਾ, ਉੱਥੇ ਕੋਈ ਰੌਲਾ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ। ਉਹਦੀ ਉਸਤਤੀ ਕੁਛ ਕਥਨ ਨਹੀਂ ਕੀਤੀ ਜਾ ਸਕਦੀ। ਜਿਹੜੀ ਜੀਵ ਰੂਪ ਇਸਤਰੀ ਪਤੀ ਪ੍ਰਮਾਤਮਾ ਨੇ ਅੰਗ ਤੋਂ ਹੁੰਦਾ ਭਾਵ ਪੱਖ, ਪੂਜੋ ਸਦਾ ਹਮਾਰੇ ਪੱਛਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਅੰਗ ਲਾਏ ਤੋਂ ਭਾਵ ਪੱਖ ਕਰਕੇ ਆਪਣੇ ਨਾਲ ਮੇਲ ਲਈ, ਅਭੇਦ ਕਰ ਲਈ। ਅਥਵਾ ਅੰਗ ਨਾਲ ਲਾ ਲਈ ਤੋਂ ਭਾਵ ਆਪਣੇ ਗਲ ਨਾਲ ਲਾ ਲਈ, ਪਿਆਰ ਕੀਤਾ ਆਪਣੇ ਪਿਆਰਿਆਂ ਨੂੰ। ਇੰਨਾ ਵੱਡਾ ਪ੍ਰਮਾਤਮਾ ਨਿਰੰਕਾਰ, ਜਿੱਥੇ ਜਾ ਕੇ ਸਭ ਕੁਝ ਫਿਰ ਬੋਲਣਾ ਵੀ ਬੰਦ ਹੋ ਜਾਂਦਾ। ਜਿੱਥੇ ਜਾ ਕੇ ਗੁਰੂ ਨਾਨਕ ਦੇਵ ਜੀ ਕਹਿੰਦੇ, ਨਾਨਕ ਕਥਨਾ ਕਰੜਾ ਸਾਰ। ਉਹਦਾ ਸਾਰ ਤੱਤ ਵਾਂਗੂ ਲੋਹਾ ਸਾਰ ਤੱਤ ਜਿਵੇਂ ਹੁੰਦਾ, ਉਹਦਾ ਕਥਨ ਕਰਨਾ ਬਹੁਤ ਔਖਾ ਹੁੰਦਾ। ਫਿਰ ਸੁਹਾਗ ਵਰ ਅਗਮਾ ਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜੀਓ। ਮਹਾਰਾਜ ਕਥਨ ਕਰਦੇ, ਜੋ ਪ੍ਰੇਮ ਦੇ ਵਾਲੇ ਪਾਸੇ ਸਾਧਾਰੀ ਤੋਂ ਭਾਵ ਚਲੀ ਗਈ, ਪ੍ਰੇਮ ਦੀ ਤਰਫ ਚਲੀ ਗਈ ਹੈ। ਉਹ ਰੱਬ ਦੇ ਪਿਆਰੇ ਜਿਹੜੇ ਚੱਲੇ ਨੇ, ਪ੍ਰੇਮ ਕਰਕੇ ਜਿਹਨੇ ਆਪਣੀ ਬੁੱਧੀ ਨੂੰ ਸੁਧਾਰ ਲਿਆ, ਉਹਨੂੰ ਅਗਮਾ ਗੋਚਰ ਰੂਪ ਜਿਹੜਾ ਵਾਰ ਸੀ ਨਾ ਪਤੀ ਦਾ, ਸੁਹਾਗ, ਉਹ ਆਨੰਦ ਪ੍ਰਾਪਤ ਹੋ ਗਿਆ, ਟਿਕ ਗਿਆ, ਉਹਦੇ ਵਿੱਚ ਸਥਿਤ ਹੋ ਗਿਆ। ਹੁਣ ਫਿਰ ਹੋ ਗਿਆ ਸੁਹਾਗ। ਮਾਝ ਮਹੱਲਾ ਪੰਜਵਾ। ਜਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਜਗਿਆਸੂ ਬੇਨਤੀ ਕਰਦਾ, ਖੋਜਤ ਖੋਜਤ ਦਰਸ਼ਨ ਚਾਹੇ, ਭਾਂਤ ਭਾਂਤ ਬਨ ਬਨ ਅਵਗਾਹੇ। ਪੰਜਵੇਂ ਪਾਤਸ਼ਾਹ ਮਾਝ ਰਾਗ 'ਚ ਬਚਨ ਫਰਮਾਉਂਦੇ ਨੇ, ਕਹਿੰਦੇ ਖੋਜਤ ਖੋਜਤ ਦਰਸ਼ਨ ਚਾਹੇ। ਇਹ ਰੱਬ ਦੇ ਪਿਆਰਿਓ, ਪਰਮੇਸ਼ਰ ਦੇ ਦਰਸ਼ਨ ਦੀ ਇੱਛਾ ਕਰਕੇ ਖੋਜਣੇ ਵਾਲਾ ਹੋ ਕੇ ਉਹਨੂੰ ਖੋਜਦਾ ਹੀ ਹਾਂ, ਹਰ ਵਕਤ ਖੋਜਦਾ ਹਾਂ। ਤਰ੍ਹਾਂ ਤਰ੍ਹਾਂ ਦੇ ਬਨਾਂ ਵਿੱਚ, ਜੰਗਲਾਂ ਜੰਗਲਾਂ ਵਿੱਚ ਅਵਗਾਹੇ ਹੁੰਦਾ ਫਿਰਨਾ ਕੀਤਾ। ਤਰ੍ਹਾਂ ਤਰ੍ਹਾਂ ਦੇ ਬਨ ਜਲ ਨੂੰ ਵੀ ਕਹਿੰਦੇ ਨੇ, ਜਾਲੀ ਜਲ ਭਾਵ ਤੀਰਥਾਂ ਉੱਪਰ ਰਟਨ ਕੀਤਾ, ਜਾਣਾ ਕੀਤਾ ਹੈ। ਅਵਗਾਹੇ ਅਨੇਕਾਂ ਹੀ ਪੁਸਤਕਾਂ ਫਰੋਲੀਆਂ ਨੇ, ਵਿਚਾਰੀਆਂ ਨੇ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੈ ਜੀਓ। ਇਹ ਰੱਬ ਦੇ ਪਿਆਰਿਓ, ਜੋ ਮੇਰਾ ਹਰੀ ਪ੍ਰਮਾਤਮਾ ਨਿਰਗੁਣ ਰੂਪ ਹੈ, ਜੋ ਨਜ਼ਰ ਨਹੀਂ ਆਉਂਦਾ, ਫਿਰ ਉਹ ਹਰੀ ਸਰਗੁਣ ਰੂਪ ਨੂੰ ਧਾਰਨ ਵਾਲਾ ਕੋਈ ਅਜਿਹਾ ਉਪਕਾਰੀ ਜੀਵ ਹੈ ਜਿਹੜਾ ਮੈਂ ਜੀਵ ਨੂੰ ਲਿਆ ਕੇ ਹਰੀਪਤੀ ਪ੍ਰਮਾਤਮਾ ਨਾਲ ਮਿਲਾ ਦੇਵੇ। ਮਹਾਤਮਾ ਨੇ ਕਿਹਾ, ਤੂੰ ਖੱਟ ਸ਼ਾਸਤਰੀ ਪੰਡਤਾਂ ਪਾਸੋਂ, ਜੋਗੀਆਂ ਪਾਸੋਂ ਜਾ ਕੇ ਪੁੱਛ ਲੈ। ਇਹ ਗੱਲ ਸੁਣ ਕੇ ਉੱਤਮ ਜਗਿਆਸੂ ਕਹਿੰਦਾ, ਖੱਟ ਸ਼ਾਸਤਰ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸਨਾਨਾ। 6 ਸ਼ਾਸਤਰਾਂ ਦੇ ਵਿਚਾਰਨ ਵਾਲੇ ਜੋ ਪੰਡਤ ਨੇ ਅਤੇ ਮੂੰਹ ਨਾਲ ਗਿਆਨ ਦੀਆਂ ਗੱਲਾਂ ਕਰਨ ਵਾਲੇ,
ठाकुर पूजा करन वाले, पूजा अगे तिलक, मत्थे उपर तिलक लाउण वाले, तीर्थां उपर इशनान करन वाले जो पंडित ने ना, निवले कर्म आसन 84 इन मह शांत ना आवे जीओ। निवली हुंदा नेती धोती ਜਿਹੜੇ कर्म करने ने, पट्टियां आदਿਕ ਜੀਆਂ बदाम रोगन ला के, खंड ला के लबेड़ के ਉਹ खाई जाते, फिर बाहर ਨੂੰ ਕੱਢਦੇ, बड़ा कुछ करते। पानी पी के 5 किलो बाहर ਨੂੰ ਕੱਢਣਾ, नक राही पीना, मूँह राही ਕੱਢਣਾ, मूँह राही पीना, नक राही ਕੱਢਣਾ। ਇਹ नेती धोती कर्म है, निवली कर्म। सिद्धां वाले 84 आसन ला ला के भी जोगियां ने, 84 आसन लगाण वाले ਜਿਹੜੇ जोगी ने, ये भी सब कुछ करके देख लिया। इनमें शांत ना आवे जीओ। जोगियां ते पंडितां दी संगत विच बैठण नाल शांति नहीं आउंदी, क्योंकि उन्हां कोल बाहरला ज्ञान है, अंदरला नहीं। प्राप्ति तो है ही नहीं किसी नूं। कोई एक अद्धा हुंदा रब दा प्यारा। अनक बरख कीए जप तापा, गवन किया धरती फरमाता। ਇਹ ਰੱਬ ਦੇ ਪਿਆਰਿਓ, ਅਨੇਕਾਂ ਹੀ ਵਰੇ ਮੈਂ ਉਹਦੀ ਪ੍ਰਾਪਤੀ ਵਾਸਤੇ ਜਪ ਤਪ ਕੀਤੇ ਆ। ਭਰਮਾਤਾ ਹੁੰਦਾ ਭਰਮਣੇ ਵਾਲਾ ਹੋ ਕੇ ਧਰਤੀ ਉੱਪਰ ਵੀ ਥਾਂ ਥਾਂ ਫਿਰਿਆ। ਇੱਕ ਖਿਨ ਹਿਰਦੈ ਸ਼ਾਂਤ ਨਾ ਆਵੈ ਜੋਗੀ, ਬਹੁੜ ਬਹੁੜ ਉੱਠ ਧਾਵੈ ਜੀਓ। ਪਰ ਹਿਰਦੇ 'ਚ ਇੱਕ ਖਿਨ ਮਾਤਰ ਵੀ ਸ਼ਾਂਤੀ ਨਹੀਂ ਆਉਂਦੀ। ਇਹ ਜੋਗੀ ਰੂਪੀ ਜੀਵ ਬਾਰ-ਬਾਰ ਮੁੜ-ਮੁੜ ਕੇ ਕਰਮਾਂ ਦੇ ਕਰਨ ਵਿੱਚ ਉੱਠ ਕੇ ਦੌੜਦਾ। ਇੱਕ ਖਿਨ ਹਿਰਦੈ ਸ਼ਾਂਤ ਨਾ ਆਵੈ ਜੋਗੀ, ਮੁੜ-ਮੁੜ ਕੇ ਉੱਠ ਕੇ ਧਾਉਂਦਾ ਹੈ। ਕਰ ਕਿਰਪਾ ਮੋਹਿ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ। ਜਦੋਂ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਪੂਰਨ ਸੰਤਾਂ ਨਾਲ ਮਿਲਾਇਆ, ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਪੂਰਨ ਗੁਰੂ ਨਾਲ ਮਿਲਾਇਆ, ਉਹਨਾਂ ਨੇ ਉਪਦੇਸ਼ ਦੇ ਕੇ ਧੀਰਜ ਪਾਇਆ ਮੇਰੇ ਅੰਦਰ, ਮੇਰਾ ਮਨ ਤਨ ਸੀਤਲ ਹੋ ਗਿਆ। ਉਹਨਾਂ ਨੇ ਮੈਨੂੰ ਟਿਕਾਓ ਬਖਸ਼ਿਆ। ਕਹਿੰਦੇ ਭੱਜਣ ਦੌੜਨ ਦਾ ਕੋਈ ਫਾਇਦਾ ਨਹੀਂ, ਭਟਕਣ ਭਰਮਣ ਦਾ ਕੋਈ ਫਾਇਦਾ ਨਹੀਂ। ਸਭ ਕੁਝ ਛੱਡ ਕੇ ਇੱਕ ਸਿਮਰਨ ਕਰਨ ਬੈਠ, ਪਰਮਾਤਮਾ ਨੂੰ ਯਾਦ ਕਰ, ਬਾਕੀ ਸਾਰੀਆਂ ਗੱਲਾਂ ਛੱਡ ਦੇ। ਚਲਾਕੀਆਂ ਨਾਲ, ਇਹ ਚੰਚਲਤਾਈਆਂ ਨਾਲ, ਇਹ ਸਿਆਣਪਾਂ ਨਾਲ, ਇਹ ਗਿਣਤੀਆਂ ਮਿਣਤੀਆਂ ਨਾਲ ਉਹ ਨਹੀਂ ਮਿਲਦਾ ਹੈ। ਉਹ ਸਿਰਫ ਨਾਮ ਜਪਣ ਨਾਲ ਹੀ ਮਿਲਦਾ ਬਸ। ਪ੍ਰਭ ਅਬਿਨਾਸੀ ਬਸਿਆ ਘਟ ਪੀਥਰ, ਹਰ ਮੰਗਲ ਨਾਨਕ ਗਾਵੈ ਜੀਉ। ਅਬਿਨਾਸੀ ਵਾਹਿਗੁਰੂ ਅੰਤਹਿ ਕਰਨ ਦੇ ਵਿੱਚ ਵਸਿਆ, ਉਸ ਹਰੀ ਦੇ ਮੰਗਲਾਂ ਨੂੰ ਗਾਉਂਦਾ ਹਾਂ ਮੈਂ।